ਸਵੇਰ ਹੋਣ ਤੱਕ ਕਹਾਣੀ। ਸੰਤੋਖ ਸਿੰਘ ਧੀਰ। ਡੂੰਗੀ ਰਾਤ ਗਿਆ ਚੰਨਨ ਜੱਟ ਪੱਕੇ ਖੂਹ ਦੀਆਂ ਪੈਲੀਆਂ। ਵਾਹ ਕੇ ਥਕੇਵੇਨ ਦਾ ਝੰਬਿਆ ਘਰ ਮੁੜਿਆ। ਖਾੜ ਦੇ ਪਹਿਲੇ ਮਹੀਨੇ ਸਾਉਣੀ ਦੀਆਂ ਬਿਜਾਈਆਂ ਲਈ ਜ਼ੋਰ ਪਾ ਦਿੱਤਾ ਸੀ। ਹੁਣ ਵੱਤ ਆਈ ਹੋਈ ਸੀ, ਫੇਰ ਪਤਾ ਨਹੀਂ ਚੜੀ ਲੱਗ ਜਾਵੇ ਜਾਂ ਇੰਨੀ ਲੰਮੀ ਔੜ ਪਵੇ ਕਿ ਫਸਲਾਂ ਪਛੇਤੀਆਂ ਹੋ ਜਾਣ। ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ, ਕੋਠੇ ਉੱਤੇ ਰੋਟੀ ਖਾਧੀ ਤੇ ਅੱਖ ਦੱਬਣ ਲਈ ਮੰਜੇ ਉੱਤੇ ਟੇਢਾ ਹੋ ਗਿਆ। ਸਵੇਰੇ ਵੱਡੇ ਤੜਕਿਓਂ ਜਾ ਕੇ ਆਲੂਆਂ ਦੀ ਟੁਕੜੀ ਵਿੱਚ ਜਵਾਰ ਦਾ ਛੱਟਾ ਖਿਲਾਰਨਾ ਤੇ ਫਿਰ ਆਥਣੇ ਜੋਤੇ ਪੱਕੇ ਖੂਹ ਦੀ ਦੋਹਰ ਕਰਕੇ ਮੱਕੀ ਬੀਜਣੀ ਸੀ। ਸੁੱਖ ਵਿੱਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੀ ਲੋਰ ਵਿੱਚ ਅੱਖ ਲਾਉਣ ਹੀ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੇ ਮੰਜਾ ਡਾਹੁੰਦਿਆਂ ਕੁੱਦਾ ਬੋਲਿਆ ਜਾਣੀਦਾ ਪੱਕੇ ਦੀ ਸਾਰੀ ਖੱਤੀ ਵਾਹ ਆਇਆ ਚੰਨਣਾ ਮਖਾਨ ਬੋਲਦਾ ਨਹੀਂ ਥੱਕਿਆ ਹੋਏਗਾ। ਚੰਨਨ ਮੰਜੇ ਉੱਤੇ ਪਿਆ ਪਿਆ ਬੋਲਿਆ, ਉਹ ਮਖਾਨ ਹੁਣ ਕਾਹਨੂੰ ਰੜਕ ਰੱਖਣੀ ਹੈ, ਜੋ ਤਾਂ ਹੋਰ ਕੱਸ ਕੇ ਲਾ ਲਈਏ। ਇੱਕ ਤਾਂ ਬਲਦ ਨਹੀਂ ਤੁਰਦਾ ਸਾਲਾ, ਜਮਾ ਹੀ ਰਹੇ ਖੜਿਆ ਕਿਹੜਾ ਮੀਣਾ, ਨਹੀਂ ਦੂਆ ਲਾਖਾ ਡਿੰਗੀ ਨਹੀਂ ਪੱਟਦਾ ਬਰਾਬਰ, ਤਾਹੀਂ ਤਾਂ ਆਹ ਵੇਲਾ ਆ ਗਿਆ। ਭਾਈ ਖਰਾਕ ਦੀ ਗੱਲ ਐ ਸਾਰੀ, ਕੁੱਦੇ ਨੇ ਰੱਬ ਲੱਗਦੀ ਆਖੀ। ਖਰਾਕ ਹੁਣ ਪਾਈ ਤਾਂ ਜਾਣਿਆ ਜਿੰਨੀ ਪਰੁਕੋਨ ਐ। ਚੰਨਨ ਦੀ ਆਵਾਜ਼ ਵਿੱਚ ਬੇਵਸੀ ਸੀ। ਆਹੋ ਕੁੱਦਾ ਮੰਜੇ ਉੱਤੇ ਟੇਢਾ ਹੋ ਗਿਆ। ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੇ ਚੰਨਨ ਦੀਆਂ ਅੱਖਾਂ ਵਿੱਚ ਉਂਘ ਆਉਣ ਲੱਗੀ। ਇੱਕ ਲੋਰ ਵਿੱਚ ਨੀਂਦ ਦਾ ਟੂਣਾ ਹੋ ਰਿਹਾ ਸੀ। ਤਾਰੇ ਉਹਦੀਆਂ ਅੱਖਾਂ ਵਿੱਚ ਧੂੜ ਦੇ ਕਿਣਕੇ ਬਣ ਗਏ ਤੇ ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਪਨਿਆਂ ਵਿੱਚ ਫੈਲਣ ਲੱਗੇ। ਪਰਲੇਵਾਸ ਟਿਕੀ ਰਾਤ ਵਿੱਚ ਟੌਂਕਰਦਾ ਕੁੱਤਾ ਨਿਮਾ ਹੁੰਦਾ ਉਹਦੀ ਸੁਰਤ ਚੋਂ ਵਿਸਰ ਗਿਆ। ਛੰਨੇ ਵਿੱਚ ਦੁੱਧ ਲੈ ਕੇ, ਬਚਨੋ, ਚੰਨਨ ਦੇ ਮੰਜੇ ਕੋਲ ਆਈ, ਲੈ ਫੜ, ਦੁੱਧ ਦੀ ਬੁੱਕ ਪੀ ਲੈ। ਚੰਨਨ ਦਾ ਠੌਂਕਾ ਲੱਗ ਰਿਹਾ ਸੀ। ਮਖਾਨ ਸੌਂ ਵੀ ਗਿਆ ਸੀ ਬੋਦਾ ਬਾਪੂ, ਉਹਨੇ ਚੰਨਨ ਦਾ ਮੋਢਾ ਚੂਣਿਆ। ਹਾਂ ਹਾਂ ਚੰਨਨ ਅੱਬੜ ਕੇ ਬੋਲਿਆ, ਲੈ ਫੜ ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ। ਚੰਨਨ ਉੱਠ ਕੇ ਮੰਜੇ ਉੱਤੇ ਬਹਿ ਗਿਆ, ਤੇ ਦੁੱਧ ਦਾ ਛੰਨਾ ਫੜ ਕੇ ਉਂਗਦਾ ਪੀਣ ਲਗਾ। ਆਲੇ ਦੁਆਲੇ ਕੋਠਿਆਂ ਉੱਤੇ ਲੋਕ ਚੁੱਪਚਾਪ ਪਏ ਸਨ। ਕੁੱਦੇ ਦੀ ਵੀ ਅੱਖ ਲੱਗੀ ਜਾਪਦੀ ਸੀ। ਬਚਨੋਨ ਪੈਂਦਵਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋੜੇ ਦਾ ਵੱਟ ਹੋ ਰਿਹਾ ਸੀ। ਉਦੋਂ ਹੀ ਇੱਕ ਪਾਣੀ ਦਾ ਭਿੱਜਿਆ ਬੁੱਲਾ ਆਇਆ। ਦੂਰ ਪਹਾੜ ਦੀ ਕੁੱਖ ਵਿੱਚ ਕਾਲੀ ਕਟਾਕੇਰੀ ਹੋਈ ਸੀ, ਜਿਸ ਵਿੱਚੋਂ ਕਦੇ-ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨੋ ਨੇ ਹੌਲੀ ਜਿਹੀ ਆਖਿਆ, ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ। ਖਾਲੀ ਛੰਨਾ ਬਚਨੋ ਵੱਲ ਕਰਦਿਆਂ ਉਹਨੇ ਹੁੰਗਾਰਾ ਦਿੱਤਾ, ਸੌਣਾ ਕਿਹੜਾ ਮਿਲਦੈ ਸਹੁਰਾ, ਨੀਂਦ ਭਰ ਕੇ 2 ਰਾਤਾਂ ਹੋ ਗਈਆਂ ਇਸੇ ਤਰ੍ਹਾਂ। ਨੀਂਦ ਵਿੱਚ ਕੀਲਿਆ ਚੰਨਨ ਫੇਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾਂ ਉੱਤੇ ਖਿੱਚ ਲਈ। ਬਚਨੋ ਦੇ ਮੰਜੇ ਉੱਤੋਂ ਨਿੱਕੀ ਕੁੜੀ ਵਿਲਕ ਉੱਠੀ। ਉਹ ਉੱਠ ਕੇ ਉਹਦੇ ਨਾਲ ਜਾ ਪਈ। ਵੱਟ ਫੇਰ ਹੋ ਗਿਆ ਸੀ। ਅੱਧ ਪਹਿਰ ਵੀ ਨਹੀਂ ਸੀ ਬੀਤਿਆ ਹੋਣਾ ਕਿ ਚੰਨਨ ਦੇ ਪਿੰਡੇ ਉੱਤੇ ਸੂਈ ਜਿਹੀ ਆ ਚੁਭੀ। ਉਹਨੇ ਪਾਸਾ ਪਰਤਿਆ। ਉਸੇ ਤਰ੍ਹਾਂ ਇੱਕ ਹੋਰ ਤੇ ਉਹਦੀ ਨੀਂਦ ਭੰਗ ਹੋ ਗਈ। ਕਣੀ ਲੱਗ ਪਈ ਡਿੱਗਣ ਕੋਈ। ਬਚਨੋਨ ਨੇ ਲਲਕਾਰ ਕੇ ਆਖਿਆ, ਮੰਜੇ ਤਾਂ ਲਾਹੁਣੇ ਹੀ ਪੈਣਗੇ ਠਾਹਾਂ। ਨੀ ਮਖਾਨ ਪਏ ਰਹੋ ਕਿਤੇ ਨੀ ਪਰਲੋ ਆਉਂਦੀ। ਚੰਨਨ ਨੇ ਖੇਸੀ ਹੋਰ ਉੱਤੇ ਖਿੱਚ ਕੇ ਸੁਆਰ ਲਈ। ਫੇਰ ਹਬੜ ਦਬੜ ਪੈ ਜਾਣੀ ਐ। ਬਚਨੋ ਫਿਕਰ ਨਾਲ ਕਾਬਰਦੀ ਸੀ। ਕਿਤੇ ਨੀ ਪੈਂਦੀ ਤੂੰ ਪਈ ਰਹੋ। ਗੱਲ ਅਜੇ ਚੰਨਨ ਦੇ ਮੂੰਹ ਵਿੱਚ ਹੀ ਸੀ ਕਿ ਮੋਟੀਆਂ-ਮੋਟੀਆਂ ਕਣੀਆਂ ਨੇ ਇੱਕਦਮ ਹੱਲਾ ਬੋਲ ਦਿੱਤਾ। ਆਲੇ ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ ਦਫੜੀ ਮਚ ਗਈ। ਮੰਜੀਆਂ ਪੰਗੂੜਿਆਂ ਉੱਤੇ ਜੁੱਲੀਆਂ, ਪਰੋਲਿਆਂ ਵਿੱਚ ਪਏ ਕੂਕ ਨਿਆਣੇ ਡੌਰ ਪੌਰ ਹੋ ਉੱਠੇ। ਚੰਨਨ ਬੌਂਦਲ ਕੇ ਮੰਜੇ ਉੱਤੇ ਦਰੀ ਦੀ ਪੂਣੀ ਕਰਨ ਲੱਗਾ। ਬਚਨੋ ਨੇ ਤਿੱਖੀ ਹੋ ਕੇ ਆਖਿਆ, ਤੂੰ ਇੱਥੇ ਗਿਣਤੀਆਂ ਕੀ ਗਿਣੀ ਜਾਣੈ? ਉਤਰ ਕੇ ਮੰਜੇ ਫੜ, ਮੈਂ ਉੱਤੋਂ ਲਮਕਾਉਂਦੀ ਆ। ਵਾਛੜ ਦੇ ਕੰਤਾਏ ਕੱਚ ਨੀਂਦਰੇ ਨਿਆਣੇ ਰੋਣ ਲੱਗੇ। ਗਲੀ ਵਿੱਚ ਖਲੋ ਕੇ ਚੰਨਨ ਬਨੇਰੇ ਉੱਤੋਂ ਮੰਜੇ ਬਿਸਤਰੇ ਫੜਨ ਲੱਗਾ। ਬਚਨੋਨ ਮੀਂਹ ਵਿੱਚ ਬੌਂਦਲੀ ਛੇਤੀ ਲਮਕਾਈ ਜਾਂਦੀ ਸੀ। ਪਤਾ ਨਹੀਂ ਸੁੱਕੇ ਅੰਬਰ ਕਿੱਥੋਂ ਕਟਕ ਚੜ ਕੇ ਆ ਗਿਆ। ਦੇਖਦੇ ਹੀ ਦੇਖਦੇ ਪਰਨਾਲੇ ਚੱਲਣ ਲੱਗ ਪਏ। ਦੀਵਾ ਬਾਲ ਕੇ ਮੀਂਹ ਵਿੱਚ ਭਿੱਜੇ ਸਿੱਜੇ ਨਿਆਣਿਆਂ ਨੂੰ ਚੰਨਨ ਨੇ ਮੰਜਿਆਂ ਉੱਤੇ ਸੁੱਟ ਦਿੱਤਾ। ਦਲਾਨ ਅਤੇ ਕੋਠੜੀਆਂ ਦੇ ਮੋਗੇ ਢੱਕ ਕੇ ਪਾਣੀ ਨਾਲ ਨੁੱਚੜਦੀ ਬਚਨੋਨ ਥੱਲੇ ਆ ਗਈ। ਤੇ ਕੁੜਤੀ ਦਾ ਪੱਲਾ ਨਚੋੜਦੀ ਖਿਜ ਨਾਲ ਕੁੜ ਕੇ ਬੋਲੀ, ਜੋਤੇ ਦੀ ਕਹਿਨੀਆਂ ਬੱਦਲ ਸਿਰ ਤੇ ਖੜ ਹੈ ਜੱਦੇ ਨੇ ਸਿਰ ਇੰਨੀ ਚੱਕਿਆ। ਸਾਰੇ ਜਣੇ ਦਲਾਨ ਵਿੱਚ ਮੰਜੀਆਂ ਜੁੱਲੀਆਂ ਉਤੇ ਕਿਤੇ ਨਾ ਕਿਤੇ ਡਿੱਗ ਪਏ। ਵਾਛੜ ਦਾ ਮੀਂਹ ਜਿਵੇਂ ਆਇਆ ਸੀ, ਉਵੇਂ ਇੱਕਦਮ ਚਲਾ ਗਿਆ। ਪਰਨਾਲੇ ਹੌਲੀ ਹੁੰਦੇ ਤਤੀਰੀਆਂ ਵਿੱਚ ਰਹਿ ਗਏ। ਅੰਦਰ ਲੋੜੇ ਦਾ ਹੁਮ ਸੀ। ਹੌਲੀ ਹਵਾ ਬਿਲਕੁਲ ਬੰਦ ਹੋ ਗਈ। ਦੀਵੇ ਦੀ ਲਾਟ ਸਿੱਧੀ ਸਤੋਰ ਖੜੀ ਸੀ। ਤੋੜ ਖਾਂਦਾ ਮੱਛਰ ਕੰਨਾਂ ਕੋਲ ਬੀਨ ਵਜਾਉਂਦਾ ਸੀ। ਸੁੱਤੇ ਪਏ ਨਿਆਣੇ ਤਰੇਲੀਆਂ ਵਿੱਚ ਗੱਚ ਹੋ ਗਏ। ਤੱਤੀ ਹਵਾੜ ਨਾਲ ਘਰ ਪੱਠੇ ਵਾਂਗ ਤਪ ਰਿਹਾ ਸੀ। ਅਕਲ ਕਾਣ ਹੋਇਆ ਚੰਨਨ ਬੋਲਿਆ, ਮੋਗਾ ਤਾਂ ਖੁੱਲਾ ਰਹਿਣ ਦਿੰਦੀ। ਮੀਂਹ ਤਾਂ ਘੱਟ ਬਣ ਕੇ ਆ ਗਿਆ, ਫੇਰ ਕੌਣ ਜਾਂਦਾ ਉੱਪਰ? ਅੰਦਰ ਤਾਂ ਅੱਗ ਲੱਗੀ ਜਾਂਦੀ ਐ, ਮੱਛਰੋਂ ਤੋੜ ਖਾਂਦੈ। ਚੰਨਨ ਨੇ ਪਿੰਡਾ ਖੁਰਕਦਿਆਂ ਕਿਹਾ। ਪਸੀਨੇ ਵਿੱਚ ਪਿਚਕੀ ਹੋਈ ਕੈਲੋ ਪੰਗੂੜੀ ਉੱਤੇ ਠਿਸ ਕਰਨ ਲੱਗੀ। ਵਿਲਕਦੀ ਛੋਟੀ ਕੁੜੀ ਬਚਨੋ ਤੋਂ ਨਾਲ ਨਹੀਂ ਸੀ ਲਾਈ ਜਾਂਦੀ। ਉਹਨੇ ਪੱਖੀ ਚੱਲ ਕੇ ਨਿਆਣੀ ਨੂੰ ਚੁੱਪ ਕਰਾਉਣਾ ਚਾਹਿਆ। ਵੱਡੀ ਕੁੜੀ ਸੀਬੋ ਪਾਣੀ ਹੋਈ ਆਪਣੇ ਪੰਗੂੜੇ ਉੱਤੇ ਉੱਠ ਬੈਠੀ। ਬਾਬਾ ਨੀਂਦ ਕਿਹੜਾ ਆਉਂਦੀ ਐ ਨੀ ਬੇਬੇ, ਆਪਾਂ ਦੀਵਾਈ ਬੁਝਾ ਦੋ। ਸੀਬੋ ਤੋਂ ਛੋਟਾ ਭਿੰਦਰ ਬੋਲਿਆ। ਉਹਨੂੰ ਦੀਵੇ ਦੇ ਚਾਨਣ ਤੋਂ ਵੀ ਸੇਕ ਆਉਂਦਾ ਜਾਪਦਾ ਸੀ।
ਚੰਨਨ ਉੱਠ ਕੇ ਬਾਹਰ ਗਲੀ ਵਿੱਚ ਆਇਆ, ਕਣੀਆਂ ਤਾਂ ਬੰਦ ਨੇ ਬੱਦਲ ਤਾਂ ਦੀਨਦਾ ਨਹੀਂ ਕਿਤੇ ਹੁਣ, ਜੈ ਖਾਣਾ ਐਵੇਂ ਭਾਜੜ ਪਾ ਦਿੰਦੈ। ਅੱਜ ਕੱਲ ਦਾ ਮੀਂਹ, ਬਚਨੋਂ ਪਈ ਪਈ ਅੰਦਰੋਂ ਬੋਲੀ। ਨੀ ਬੇਬੇ, ਗਲੀ ਚ ਕੱਢ ਲੋ ਮੰਜੇ। ਸੀਬੋ ਨੇ ਕਾਹਲੀ ਪੈ ਕੇ ਆਖਿਆ, ਆਹੋ ਮੁੰਨੀ, ਗਲੀ ਵਿੱਚ ਡਾਹ ਲੈਨੇ। ਚੰਨਨ ਅੰਦਰ ਆ ਕੇ, ਬਾਹਰ ਕੱਢਣ ਲਈ ਮੰਜਾ ਚੁੱਕਣ ਲੱਗਾ। ਬਚਨੋਂ ਉੱਠ ਕੇ ਬੂਹੇ ਵਿੱਚ ਆਈ ਤੇ ਉੱਪਰ ਵੱਲ ਤੱਕਣ ਲੱਗੀ, ਹੁਣ ਤਾਂ ਦੀਨਦਾ ਨਹੀਂ ਕਿਸੇ ਪਾਸੇ, ਐਨ ਸਾਫ਼ ਐ ਅੰਬਰ। ਗੁਆਂਢੋ ਕੇਸਰੀ ਤਖਾਣੀ ਨੇ ਹੁੰਗਾਰਾ ਦਿੱਤਾ ਨੀ, ਫੁਆ ਕੱਲਾ ਕੱਲਾ ਤਾਰਾ ਗਿਣ ਲੈ। ਜਦ ਆਉਂਦੈ, ਪਟਮੇਲੀ ਚੱਕ ਦਿੰਦੈ ਚੰਦਰਾ। ਬਾਬਾ ਮਾਲਕ ਨੂੰ ਕੌਣ ਕਹੇ, ਉੱਤੇ ਚੜਾਉਣ ਲਈ, ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ਅੜਾਉਂਦਾ, ਕੁਦਰਾ ਬੋਲਿਆ। ਮਖਾਨ ਹੁਣ ਉੱਤੇ ਹੀ ਚੜਾ ਮੰਜੇ, ਗਲੀ ਚ ਨਹੀਂ ਸੂਤੇ ਰਹਿਣੇ। ਬਚਨੋਂ ਨੇ ਗਲੀ ਵਿੱਚ ਮੰਜਾ ਡਾਹੁੰਦੇ ਚੰਨਨ ਨੂੰ ਆਖਿਆ, ਨੀ ਹੁਣ 2 ਘੰਟੇ ਪਿੱਛੇ ਕਿੱਥੇ ਤੂੰ ਘੜੀਸ ਕਰੀਏ, ਰਾਤ ਅੱਧੀ ਟੁੱਟ ਚੱਲੀ। ਦੇਖ ਤਾਂ ਖਿੱਤੀਆਂ ਕਿੱਥੇ ਸਰਕ ਆਈਆਂ। ਗਲੀ ਚ ਕੀਦਾ ਡਾਹੇਂਗਾ, ਨਾਲੇ 100 ਡੰਗਰ ਪਸ਼ੂ। ਤੂੰ ਚੱਲ ਉੱਤੇ, ਮੈਂ ਫੜਾਉਣੀ ਆ ਮੰਜੇ, ਘੜੀ ਰਾਮ ਨਾਲ ਤਾਂ ਲਾਂਗੇ। ਚੰਗਾ ਫੇਰ, ਫੜਾ। ਸੀਬੋ ਚੱਕ ਤਾਂ ਪਾਈ ਨਿਆਣਿਆਂ ਨੂੰ। ਭਿੰਦਰ ਉੱਠ ਹੋਏ, ਮੰਜੇ ਕਢਾ ਬਾਹਰ ਕਹਿੰਦਿਆਂ ਚੰਨਨ ਪੌੜੀ ਦੇ ਡੰਡੇ ਚੜਦਾ ਬਨੇਰੇ ਉੱਤੇ ਜਾ ਬੈਠਿਆ। ਬਚਨੋਂ ਨੇ ਬਾਹਾਂ ਉੱਤੇ ਸਹਾਰ ਕੇ ਮੰਜੇ ਤੇ ਬਿਸਤਰੇ ਫੜਾਏ। ਚੰਨਨ ਨੇ ਮੁੜ ਥਾਉਂ ਥਾਈ ਨਿਆਣਿਆਂ ਨੂੰ ਪਾਇਆ। ਬਚਨੋਂ ਨੇ ਦੀਵਾ ਬੁਝਾ ਕੇ ਜਿੰਦਾ ਲਾਇਆ ਤੇ ਪੌੜੀ ਦੇ ਸਿਖਰਲੇ ਡੰਡੇ ਚੜਦੀ ਬੋਲੀ, ਇਹ ਬਾਗਰੂ ਹੇਠਾਂ ਨਾਲੋਂ ਸਾਹ ਤਾਂ ਆਉਂਦੈ। ਨਿਆਣਿਆਂ ਨੂੰ ਮੰਜੀਆਂ ਉੱਤੇ ਲਿਟਾ ਸੁਆਰ ਕੇ ਬਚਨੋਂ ਮੋਗਾ ਖੋਲਣ ਗਈ ਤਾਂ ਕੋਠੜੀ ਉੱਤੇ ਉਹਦੀ ਅੱਡੀ ਤਸ ਗਈ, ਤੇ ਫਿਰ ਮੁੜ ਕੇ ਆਉਂਦੀ ਦਾ ਬਨੇਰੇ ਉੱਤੇ ਪੈਰ ਤਿਲਕ ਗਿਆ। ਮਸੀ ਡਿੱਗਣ ਤੋਂ ਬਚਦੀ ਉਹ ਖਿੱਚ ਕੇ ਬੁੜਾਉਣ ਲੱਗੀ, ਕਹਿ ਗੇਲ ਕਿਹੈ ਦੋਜਕੀ ਨੂੰ, ਰੋਹੀ ਆਲੀ ਕਿੱਕਰ ਵੱਢ ਕੇ 2 ਖਾਣ ਉਤੇ ਛੱਤ ਲੈਨਿਆ, ਨਾਲੇ ਕੋਠੜੀ ਦੀਆਂ ਕੜੀਆਂ ਚਾੜ ਲਾਂਗੇ। ਜੱਟ ਨੇ ਇੱਕ ਨੀ ਸੁਣੀ, ਲੋਕੀ ਐਸ਼ਾ ਲੁੱਟਦੇ ਐ ਐਥੇ ਜੂਨ ਕੱਟਣੀ ਨੀ, ਹੁਣ ਤਿਹਾਸਮਾ ਛੱਤਨ ਬੈਠਾ ਮੈਂ ਕੋ। ਉਹ ਕੋਠੇ ਜਿਹੜੀ ਧੀ ਦੇ ਕਾਰਜ ਬਾਰੇ ਆਖਣ ਲਗਾ ਸੀ ਕਿ ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਿਹਾਜ਼ ਮਾਰ ਗਈ। ਉਹ ਤੈਂ ਕੀ ਲੱਲਰ ਲਾਉਣੈ, ਲੜੂ ਲੜੂ ਕਰਦੀ ਉਹ ਮੰਜੇ ਕੋਲ ਆ ਗਈ। ਚੰਗਾ ਪੈ ਜਾ ਹੁਣ ਰਾਮ ਨਾਲ, ਟੈੜ ਟੈੜ ਲਾਈ ਐ ਵਾਧੂ। ਆਪ ਤੋਂ ਨੀਵੇਂ ਅਲ ਦੇਖ ਕੇ ਡੰਗ ਨਿਕਲਦੈ, ਆਹੋ ਭਾਈ ਆਹੋ, ਆਹ ਤਾਂ ਗੱਲ ਸੱਚ ਐ। ਚੰਨਨ ਦੀ ਨਾਲ ਦੇ ਘਰ ਦੀ ਨੀਵੀਂ ਛੱਤ ਤੋਂ ਕਰਮ ਸਿਹੁੰ ਦੀ ਅੰਮਾ ਨੇ ਹਾਂ ਵਿੱਚ ਹਾਂ ਮਿਲਾਈ। ਵੱਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ, ਜਿਵੇਂ ਮੀਂਹ ਕਦੇ ਵਰਿਆ ਹੀ ਨਹੀਂ ਹੁੰਦਾ। ਬੋਬੀ ਅਤਰੀ ਦੇ ਵਿਹੜੇ ਵਿੱਚ ਉੱਗੀ ਕਿੱਕਰ ਚੁੱਪਚਾਪ ਖਲੋਤੀ ਸੀ। ਗਰਮੀ ਨਾਲ ਜਿਚ ਹੋ ਕੇ ਚੰਨਨ ਕੁਦਰਤ ਦੇ ਪ੍ਰਬੰਧ ਵਿਰੁੱਧ ਬੋਲਿਆ, ਕੋਈ ਚੰਦਰਾ ਪਾਪੀ ਬੈਠੇ ਪਹਿਰੇ ਉੱਤੇ, ਅੱਜ ਤਾਂ ਪੱਤਾ ਨਹੀਂ ਹਿਲਦਾ। ਮਾੜੇ ਦਾ ਦੁੱਖ ਹੇਠੋਂ ਡੰਗਰਾਂ ਵਾਲੇ ਘਰ ਅੱਗੇ ਗਲੀ ਵਿੱਚ ਮੰਜਾ ਡਾਹੀ ਪਿਆ ਮੈਂਗਲ ਵਿਹੜੇ ਆਲਾ ਬੋਲਿਆ। ਆਪਣੀ ਥਾਂ ਉਹ ਆਪ ਤਰਲੋ ਮੱਛੀ ਹੋ ਰਿਹਾ ਸੀ। ਨੀ ਬੇਬੇ, ਮੱਛਰ ਲੜੀ ਜਾਂਦੈ। ਭਿੰਦਰ ਮੰਜੇ ਦੀ ਦੌਣ ਉੱਤੇ ਗਿੱਟੇ ਰਗੜਦਾ ਬੋਲਿਆ। ਬੀਬੀ ਅਤਰੀ ਦੀ ਕਿੱਕਰ ਦੀਆਂ ਟਹਿਣੀਆਂ ਛੋੜਾ ਹਿੱਲਣ ਲੱਗੀਆਂ। ਨਿੱਕੀ ਨਿੱਕੀ ਹਵਾ ਰੁਮਕ ਪਈ, ਜਿਸ ਵਿੱਚ ਗਿੱਲੇ ਕੋਠਿਆਂ ਦੀ ਹਮਕ ਰਲੀ ਹੋਈ ਸੀ। ਕੁੱਦੇ ਨੇ ਸੁੱਖ ਦਾ ਸਾਹ ਲੈਂਦਿਆਂ ਆਪਣੇ ਮੰਜੇ ਤੋਂ ਕਿਹਾ, ਲੈ ਬਈ ਚੰਨਣਾ, ਬਦਲ ਗਿਆ ਪਹਿਰਾ, ਆ ਬੈਠਾ ਕੋਈ ਧਰਮੀ ਪੁਰਸ਼। ਆਹੋ ਪੁੱਤ ਦੂਰੋਂ ਕਰਮ ਸਿਹੁੰ ਦੀ ਅੰਮਾ ਬੋਲੀ। ਧਰਮੀਆਂ ਦੀ ਕਿਹੜਾ ਤੋਟ ਐ ਜਗ ਚ, ਆ ਤਾਂ ਕੋਈ ਤਰੂ ਅੰਮਾ। ਕੁੱਦਾ ਰੁਮਕਦੀ ਪੌਣ ਦੇ ਬੁੱਲੇ ਲੁੱਟਦਾ ਬੋਲਿਆ। ਚੰਨਨ ਹੀ ਅੱਖ ਲੱਗ ਰਹੀ ਸੀ। ਉਹਨੂੰ ਚੁੱਪ ਪਿਆ ਦੇਖ ਕੁੱਦੇ ਨੇ ਉੱਚੀ ਬੋਲ ਕੇ ਆਖਿਆ, ਚੰਨਣਾ, ਉਹ ਚੰਨਣਾ। ਹੋ ਚੰਨਨ ਸੁੱਤ ਅਨੀਂਦਾ ਸੀ, ਨੀਂਦ ਆਉਂਦੀ ਐ। ਆਹੋ ਚੰਗਾ ਫੇਰ ਸੌਂ ਜਾ। ਕੁੱਦੇ ਨੇ ਆਪ ਵੀ ਪਾਸਾ ਪਰਤ ਲਿਆ। ਨਿੱਕੀ ਨਿੱਕੀ ਪੌਣ ਨੇ ਜਿਵੇਂ ਸਭੋ ਦੁੱਖ ਧੋ ਦਿੱਤੇ। ਪੋਲੇ ਪੋਲੇ ਹੱਥੀ ਪਿਆਰ ਨਾਲ ਚਸਦੀ ਕੁਦਰਤ ਲੋਰੀਆਂ ਦੇ ਰਹੀ ਸੀ। ਹੌਲੀ ਹੌਲੀ ਸਾਰੇ ਸੌਂ ਗਏ। ਚੰਨਨ ਸਰਾਣੇ ਬਾਂਹ ਦੇ ਕੇ ਪਾਸੇ ਪਾਰ ਨੀਂਦ ਵਿੱਚ ਗੜੁੰਦ ਹੋ ਗਿਆ। ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਕੋਰਿਆ। ਅੱਬੜ ਕੇ ਚੰਨਨ ਦੀ ਅੱਖ ਖੁੱਲ ਗਈ। ਮੋਟੇ ਮੋਟੇ ਪੂਰੇ ਬੱਦਲ ਚੰਨ ਨੂੰ ਚਾਪ ਕੇ ਅਸਮਾਨ ਉੱਤੇ ਫੈਲ ਰਹੇ ਸਨ। ਪਤਲਾ ਜਿਹਾ ਕਸਮੈਲਾ ਹਨੇਰਾ ਛਾਇਆ ਹੋਇਆ ਸੀ। ਚੰਨਨ ਉੱਠ ਕੇ ਮੰਜੇ ਉੱਤੇ ਬਹਿ ਗਿਆ ਤੇ ਪੈਰਾਂ ਨਾਲ ਜੁੱਤੀ ਟੋਹਣ ਲੱਗਾ। ਚਿੱਟੇ ਚਾਨਣ ਦੀ ਇੱਕ ਤਾਰ ਜਿਹੀ ਤੇਜ਼ੀ ਨਾਲ ਚੀਨੀਆਂ ਦੇ ਚੁਬਾਰੇ ਉੱਤੇ ਲਰਜ਼ੀ ਤੇ ਅਗਲੇ ਛਿਣ ਜ਼ੋਰ ਨਾਲ ਬਿਜਲੀ ਡਿੱਗਣ ਦੀ ਆਵਾਜ਼ ਆਈ। ਡਰ ਨਾਲ ਨਿਆਣੇ ਰੋਣ ਤੇ ਕੁੱਤੇ ਭੌਂਕਣ ਲੱਗੇ। ਰਾਮ ਰਾਮ ਹੋਣ ਲੱਗੀ। ਚੰਨਨ ਦੀਆਂ ਚੁੰਦਿਆਈਆਂ ਅੱਖਾਂ ਅੱਗੇ ਹਨੇਰੇ ਵਿੱਚ ਕੋਈ ਪੀਲੀ, ਹਰੀ ਤੇ ਲਾਲ ਤਾਰ ਅਜੇ ਤੱਕ ਲਰਜ਼ ਰਹੀ ਸੀ। ਹਵਾ ਦਾ ਇੱਕ ਤਿੱਖਾ ਬੁਲਾ ਕਿੱਕਰ ਦੀਆਂ ਟਹਿਣੀਆਂ ਵਿੱਚ ਉਲਝ ਰਿਹਾ ਸੀ। ਕੇਸੂ ਫਿਰ ਜਾਏ ਇਹਨੂੰ। ਬਚਨੋਂ ਠਠੰਬਰ ਕੇ ਨਿੱਕੀ ਕੁੜੀ ਨੂੰ ਹਿੱਕ ਨਾਲ ਸਾਂਭਦੀ ਉੱਠੀ। ਚੰਦਰਾ ਬਾਦ ਇਹ ਪੈ ਗਿਆ ਅੱਜ ਖਬਰ ਨੀ ਕਿਧਰੋਂ ਆ ਗਿਆ ਚੜ ਕੇ। ਤੇ ਉਹ ਚੰਨਨ ਨੂੰ ਫਿਕਰ ਨਾਲ ਉੱਚੀ ਬੋਲੀ, ਹੁਣ ਤੂੰ ਬੈਠਾ ਕੀ ਸੋਚਦੈਂ, ਮੰਜੇ ਤਾਂ ਥੱਲੇ ਲਾਹੁਣੇ ਪੈਣਗੇ ਫੇਰ। ਥੱਲੇ ਕਿੱਥੇ ਲਾਹਾਂਗੇ ਹੁਣ। ਚੰਨਨ ਦੇ ਹੱਡ ਦੁਖ ਰਹੇ ਸਨ। ਹੋਰ ਕੀ ਕਰੇਗਾ। ਦੇਖਦਾ ਨਹੀਂ ਬੱਦਲ ਤਾਂ ਟਕੋ ਟਕੀ ਖੜ ਹੈ। ਉੱਠ ਝਟ ਕਰ ਮਾਝਾ। ਹੁਣ ਕਿਤੇ ਦੇਖਣ ਨੂੰ ਬੱਦਲ ਨਹੀਂ ਸੀ। ਘੰਟਾ ਪਹਿਲਾਂ
ਕੁੱਦਦਾ ਆਪਣੇ ਮੰਜੇ ਤੇ ਉੱਠ ਕੇ ਬਹਿੰਦਾ। ਬੋਲਿਆ। ਹਵਾ ਥੰਮ ਗਈ, ਬੱਦਲ ਘੁਲਦਾ ਜਾਂਦਾ ਸੀ। ਚੀਨੀਏ, ਲੰਬੜ ਤੇ ਹੋਰ ਚੁਬਾਰਿਆਂ ਵਾਲੇ ਬੂਹੇ ਬਾਰੀਆਂ ਖੋਲੀ ਆਰਾਮ ਨਾਲ ਚੁਬਾਰਿਆਂ ਵਿੱਚ ਪਏ ਸਨ। ਚੰਨਨ ਨੇ ਇੱਕ ਪਲ ਸੋਚ ਕੇ ਆਖਿਆ, ਨਿਆਣਿਆਂ ਦੀਆਂ ਮੰਜੀਆਂ ਚਲਿਆਨੀ ਹੇਠ ਕਰ ਦਿੰਨੇ ਆ, ਤੂੰ ਸੀਬੋ ਨਾਲ ਹੇਠ ਚਲੀ ਜਾ, ਮੈਂ ਹਾਲੇ ਇੱਥੇ ਹੀ। ਕੋਈ ਕਣੀ ਚਰਨ ਲੱਗ ਪਈ। ਬਚਨੋ ਫਿਕਰ ਨਾਲ ਤੜਪ ਕੇ ਬੋਲੀ। ਉਹ ਤੇਰੀ ਤਾਂ ਮੱਤ ਮਾਰੀ ਗਈ, ਕੀ ਹਾਲ ਕਰਦਾ ਚਲਿਆਨੀ ਹੇਠ ਕਿਨੂੰ ਪਾਏਂਗਾ। ਤੂੰ ਹੇਠ ਫੜਾ ਮੰਜੇ ਨਹੀਂ ਚੰਗਾ, ਉਹ ਆਖ ਕੇ ਭਾਰੇ ਸੰਗ ਨਾਲ ਉੱਚੀ ਚੀਕਿਆ। ਬਚਨੋ ਤੇ ਸੀਬੋ ਛੇਤੀ ਕੱਪੜੇ ਵਲੇਟ ਤੇ ਨਿੱਕੇ ਨਿਆਣਿਆਂ ਨੂੰ ਸਾਂਭ ਕੇ ਥੱਲੇ ਚਲੀਆਂ ਗਈਆਂ। ਕੈਲੋ ਤੇ ਪਿੰਦੀ ਜਾਗੋ ਮੀਟੇ ਵਿੱਚ ਪੌੜੀ ਦੇ ਡੰਡੇ ਟੋਹ ਉਤਰਨ ਲੱਗੇ। ਉਹ ਆਪ ਉੱਤੇ ਹੀ ਪੈਂਦਵਲ ਦਰੀ ਇਕੱਠੀ ਕਰਕੇ ਕਰੋੜੇ ਟੇਡਾ ਹੋ ਗਿਆ। ਕਣੀਆਂ ਡਿੱਗੀ ਜਾਂਦੀਆਂ ਸਨ। ਅੱਜ ਨੀ ਬਈ ਸੌਣ ਦਿੰਦਾ ਚੰਨਣਾ। ਕਣੀਆਂ ਤੋਂ ਕਾਣਤ ਕੇ ਕੁੱਦਦਾ ਬੋਲਿਆ। ਉਹ ਸਾਡੀ ਤਾਂ ਜੂਨ ਈ ਮਾੜੀ ਐ। ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ। ਚੰਨਨ ਦੀਆਂ ਅੱਖਾਂ ਵਿੱਚ ਰੋੜ ਰੜਕ ਰਹੇ ਸਨ। ਮੌਜਾਂ ਤਾਂ ਚੁਬਾਰਿਆਂ ਆਲੇ ਲੁੱਟਦੇ ਨੇ। ਚੀਨੀਆਂ ਦੇ ਚੁਬਾਰੇ ਵਿੱਚ ਦੀਵੇ ਦੀ ਲੋਅ ਦੇਖ ਕੇ ਕੁੱਦੇ ਨੇ ਈਰਖਾ ਨਾਲ ਕਿਹਾ। ਕੁਦਰਤ ਐ ਪਾਈ ਮਾਲਕ ਦੀ। ਚੰਨਨ ਨੇ ਹੌਂਕਾ ਲਿਆ, ਘਰ ਦੀ ਤੰਗੀ ਬੁਰੀ। ਰਾਤ ਕਿੰਨੀ ਕੁ ਰਹਿੰਦੀ ਹੋਣੀ ਐ ਕੁੱਦਿਆ ਅਜੇ। ਬਥੇਰੀ ਪਈ ਐ ਹਾਲੇ, ਕਿਤੇ ਬਦਲਾਂ ਕਰਕੇ ਨੇਰਾ ਤਾਨੀ। ਕਾਹਨੂੰ ਅੱਧੀ ਰਾਤ ਲੰਗੀ ਐ ਮਸੀਂ। ਹਾਲੇ ਤਾਰਾ ਵੀ ਨਹੀਂ ਚੜਿਆ ਹੋਣਾ, ਬਦਲਾਂ ਕਰਕੇ ਦਿਖਦਾ ਨਹੀਂ ਇੱਕ ਤਾਂ। ਤੈਂ ਚਰਾਂਦੀਨ ਜਾਣਾ ਹੋਣੈ। ਆਹੋ ਫੇਰ ਪਿਆ ਰਹੋ, ਹਾਲੇ ਬਥੇਰੀ ਢੇਰ ਐ ਘੜੀ। ਆਰਾਮ ਵੀ ਚਾਹੀਦੈ ਬੰਦੇ ਨੂੰ। ਓਏ ਜੱਟ ਨੂੰ ਰਾਮ ਕਿੱਥੇ। ਉਹ ਤਾਂ ਤੇਰੀ ਗੱਲ ਠੀਕ ਐ। ਕੁੱਦਾ ਹੁੰਗਾਰਾ ਦੇ ਕੇ ਚੁੱਪ ਕਰ ਗਿਆ। ਨਿੱਕਾ ਚਰਦੀਆਂ ਕਣੀਆਂ ਹੌਲੀ ਹੋਰ ਛਿੱਦੀਆਂ ਹੋ ਗਈਆਂ। ਘੋਲੇ ਹੋਏ ਬੱਦਲਾਂ ਥਲੇ ਅੜ ਖਲੋਏ ਹੁਮਸ ਨੂੰ ਹਵਾ ਦੇ ਆਪ ਹੁਦਰੇ ਬੁਲਿਆਂ ਨੇ ਲੀਰ ਕਰ ਦਿੱਤਾ ਤੇ ਕੁੱਦੇ ਅਤੇ ਚੰਨਨ ਦੀਆਂ ਆਪੋ ਵਿੱਚ ਦੀਆਂ ਗੱਲਾਂ ਮਿੱਠੇ ਲੋਰ ਵਿੱਚ ਮੁੱਕ ਗਈਆਂ। ਚੰਨਨ ਦੀਆਂ ਅੱਖਾਂ ਭਾਵੇਂ ਮਿਚਿਆਨ ਹੋਈਆਂ ਸਨ, ਪਰ ਹੁਣ ਉਹਦੇ ਮਨ ਵਿੱਚ ਨਵੀਂ ਤੁਕੀ ਸੀ, ਕਿਤੇ ਪਿਆ ਹੀ ਦਿਨ ਨਾ ਚੜ ਜਾਵੇ। ਉਹਨੇ ਸੁੱਤਿਆਂ ਆਪਣਾ ਕੰਨ ਗਲੀ ਦੀ ਵਿੜਕ ਉੱਤੇ ਲਾ ਛੜਿਆ ਸੀ। ਕਣੀਆਂ ਦੀ ਕਾਣਤ, ਹੱਡਾਂ ਦਾ ਥਕੇਵਾਂ ਤੇ ਕੁੱਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵੱਲ ਚਲਾ ਗਿਆ। ਪਹੂ ਫੁੱਟ ਰਹੀ ਸੀ। ਆਲੇ ਦੁਆਲੇ ਲੋਕਾਂ ਦੀਆਂ ਚਰੀਆਂ ਪੁੰਗਰ ਕੇ ਨਰਮ ਹਵਾ ਵਿੱਚ ਕੰਬ ਰਹੀਆਂ ਸਨ। ਮੋਠਾਂ, ਮਾਹਾਂ, ਗੁਆਰੇ ਤੇ ਮੂੰਗੀਆਂ ਨੇ ਕੰਨ ਚੁੱਕ ਲਏ ਸਨ। ਪਰੇ ਟਿੱਬੀ ਉੱਤੇ ਜੀਤੇ ਲੰਬੜ ਦਾ ਹਲ ਵਗਦਾ ਸੀ। ਟੱਲੀਆਂ ਦੀ ਨਿਮੀ ਵਾਜ ਉੱਤੇ ਮਿਰਜ਼ੇ ਦੀ ਕਲੀ ਉੱਚੀ ਉੱਠ ਰਹੀ ਸੀ। ਉਹ ਖੜਬੜਾ ਕੇ ਉੱਠਿਆ। ਬਨੇਰੇ ਉੱਤੇ ਮੂੰਹ ਹਨੇਰੇ ਵਿੱਚ ਕੁੱਕੜ ਬਾਂਗਾਂ ਦੇ ਰਿਹਾ ਸੀ। ਗਲੀ ਵਿੱਚੋਂ ਲੰਘਦੇ ਬਲਦਾਂ ਦੀਆਂ ਟੱਲੀਆਂ ਟਣਕ ਰਹੀਆਂ ਸਨ ਤੇ ਪਹੂ ਦੀ ਲੋਅ ਬਦਲਾਂ ਪਿੱਛੋਂ ਫੁੱਟਣ ਹੀ ਵਾਲੀ ਸੀ। ਵਿਹੜੇ ਚੋਂ ਬਲਦਾ ਨੂੰ ਖੋਲ ਕੇ ਟਿੱਬੀ ਵੱਲ ਤੁਰਦਾ ਚੰਨਨ ਬੋਲਿਆ, ਹਾਜ਼ਰੀ ਦੇ ਕੇ ਸੀਬੋ ਨੂੰ ਛੇਤੀ ਕੱਲ ਦਈ ਬਚਨ ਕੁਰੇ। ਚਾਹ ਰਤੀ ਕੈੜੀ ਰੱਖੀ, ਉਹਦਾ ਬੋਲ ਪਾਟੇ ਹੋਏ ਬਾਂਸ ਵਰਗਾ ਸੀ।